ਕੁਰੂਕਸ਼ੇਤਰ ਦੇ ਪਾਂਡਿਆਂ ਨੂੰ ਸਿੱਖ ਬਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੋਂ ਵਿਦਾ ਹੋ ਕੇ ਮਥੁਰਾ ਪਾਸ ਇੱਕ ਪਹਾੜੀ ਉੱਤੇ ਜਾ ਕੇ ਬੈਠ ਗਏ। ਮਰਦਾਨੇ ਨੇ ਪੁੱਛਿਆ, ਮਹਾਰਾਜ ਜੀ ਇਹ ਪਹਾੜ ਜਮਨਾ ਦੇ ਕਿਨਾਰੇ ਉੱਤੇ ਕਿਉਂ ਹੈ? ਹੋਰ ਕੋਈ ਪਹਾੜ ਇਸ ਦੇ ਨੇੜੇ ਨਹੀਂ ਹੈ? ਗੁਰੂ ਜੀ ਨੇ ਕਿਹਾ, ਮਰਦਾਨਾ ਇਹ ਪਹਾੜ ਤਦੋਂ ਦਾ ਇੱਥੇ ਪਿਆ ਹੈ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨਾਲ ਯੁੱਧ ਕਰਨ ਵਾਸਤੇ ਸਮੁੰਦਰ ਉੱਤੇ ਪੁਲ ਬੱਧਾ ਸੀ। ਜਦੋਂ ਪੁਲ ਸੰਪੂਰਨ ਹੋ ਗਿਆ ਤਾਂ ਰਾਮ ਚੰਦਰ ਨੇ ਹੁਕਮ ਦਿੱਤਾ, ਹੋਰ ਕੋਈ ਪਹਾੜ ਨਾ ਲਿਆਓ, ਜਿੱਥੇ ਕੋਈ ਹੈ ਉੱਥੇ ਹੀ ਛੱਡ ਕੇ ਆ ਜਾਓ। ਉਸ ਸਮੇਂ ਹਨੂਮਾਨ ਇਸ ਪਹਾੜ ਨੂੰ ਇੱਥੇ ਹੀ ਰੱਖ ਕੇ ਬੈਠ ਗਿਆ। ਰਾਮ ਚੰਦਰ ਜੀ ਪਾਸ ਨਾ ਗਿਆ। ਜਦ ਹੋਰ ਸਾਰੇ ਪਹੁੰਚ ਗਏ ਤਾਂ ਰਾਮ ਚੰਦਰ ਨੇ ਪੁੱਛਿਆ, ਹਨੂਮਾਨ ਅਜੇ ਤੱਕ ਨਹੀਂ ਆਇਆ, ਇਸ ਦਾ ਕੀ ਕਾਰਨ ਹੈ? ਜਾਓ ਉਸ ਦਾ ਪਤਾ ਲਿਆਓ। ਤਦ ਇੱਕ ਬਾਨਰ ਨੇ ਹਨੂਮਾਨ ਦਾ ਪਤਾ ਕਰਕੇ ਰਾਮ ਚੰਦਰ ਨੂੰ ਆਣ ਕੇ ਦੱਸਿਆ ਕਿ ਹਨੂਮਾਨ ਕਹਿੰਦਾ ਹੈ, ਇਸ ਪਹਾੜ ਨੂੰ ਜਦ ਮੈਂ ਚੁੱਕਣ ਲੱਗਾ ਸੀ ਤਾਂ ਇਸ ਨੇ ਕਿਹਾ ਸੀ ਕਿ ਮੈਨੂੰ ਰਾਮ ਚੰਦਰ ਜੀ ਦੇ ਚਰਨਾਂ ਹੇਠ ਰੱਖਣਾ, ਹੋਰ ਕਿਸੇ ਥਾਂ ਨਾ ਰੱਖਣਾ। ਜੇ ਤੂੰ ਹਨੂਮਾਨ ਇਹ ਨਹੀਂ ਕਰ ਸਕਦਾ ਤਾਂ ਮੈਨੂੰ ਇੱਥੇ ਹੀ ਰਹਿਣ ਦੇ। ਹਨੂਮਾਨ ਨੇ ਸਹੁੰ ਖਾ ਕੇ ਕਿ ਪਹਾੜ ਨੂੰ ਵਿਸ਼ਵਾਸ ਕਰਾਇਆ ਕਿ ਮੈਂ ਤੈਨੂੰ ਉੱਥੇ ਹੀ ਰੱਖਾਂਗਾ ਜਿੱਥੇ ਰਾਮ ਚੰਦਰ ਜੀ ਖੜੇ ਹੋਣਗੇ। ਪਰ ਜਦ ਮੈਂ ਇੱਥੇ ਪੁੱਜਾ ਤਾਂ ਰਾਮ ਚੰਦਰ ਜੀ ਦਾ ਹੁਕਮ ਆ ਗਿਆ ਕਿ ਜਿੱਥੇ ਕਿੱਥੇ ਕੋਈ ਕੁਝ ਲਈ ਆਉਂਦਾ ਹੈ ਉੱਥੇ ਛੱਡ ਕੇ ਆ ਜਾਵੇ। ਪੁਲ ਸੰਪੂਰਨ ਹੋ ਗਿਆ ਹੈ। ਹੁਕਮ ਅਨੁਸਾਰ ਇਸ ਨੂੰ ਇੱਥੇ ਰੱਖ ਕੇ ਮੈਂ ਸੋਚ ਰਿਹਾ ਹਾਂ ਕਿ ਜੇ ਇਸ ਨੂੰ ਅੱਗੇ ਲੈ ਜਾਵਾਂਗਾ ਤਾਂ ਆਗਿਆ ਭੰਗ ਹੋ ਜਾਏਗੀ, ਅਤੇ ਜੇ ਇਸ ਨੂੰ ਇੱਥੇ ਛੱਡ ਕੇ ਆਪ ਚਲਿਆ ਜਾਵਾਂਗਾ ਤਾਂ ਇਸ ਨਾਲ ਕੀਤਾ ਪ੍ਰਣ ਝੂਠਾ ਹੋਵੇਗਾ। ਕਰਾਂ ਤੇ ਕੀ ਕਰਾਂ? ਹਨੂਮਾਨ ਦੀ ਇਹ ਗੱਲ ਬਾਨਰ ਪਾਸੋਂ ਸੁਣ ਕੇ ਰਾਮ ਚੰਦਰ ਜੀ ਨੇ ਹੱਸ ਕੇ ਕਿਹਾ ਕਿ ਹਨੂਮਾਨ ਨੂੰ ਜਾ ਕੇ ਸਾਡੇ ਵੱਲੋਂ ਆਖੋ ਕਿ ਦੁਆਪਰ ਵਿੱਚ ਅਸੀਂ ਕ੍ਰਿਸ਼ਨ ਅਵਤਾਰ ਧਾਰ ਕੇ ਆਵਾਂਗੇ ਤਾਂ ਇਸ ਪਰਬਤ ਉੱਤੇ ਬਿਲਾਸ ਕਰਾਂਗੇ ਅਤੇ ਬਹੁਤ ਸਮਾਂ ਵਿਚਾਰਾਂਗੇ। ਜਦ ਇਹ ਗੱਲ ਉਸ ਬਾਨਰ ਨੇ ਹਨੂਮਾਨ ਨੂੰ ਜਾ ਕੇ ਸੁਣਾਈ ਤਾਂ ਹਨੂਮਾਨ ਉੱਠ ਕੇ ਸ਼੍ਰੀ ਰਾਮ ਚੰਦਰ ਪਾਸ ਪਹੁੰਚ ਗਿਆ। ਤਦੋਂ ਦਾ ਇਹ ਪਹਾੜ ਇੱਥੇ ਟਿਕਿਆ ਹੋਇਆ ਹੈ। ਕ੍ਰਿਸ਼ਨ ਜੀ ਅਵਤਾਰ ਧਾਰ ਕੇ ਸੁੱਤੇ ਗੋਪੀਆਂ ਨਾਲ ਮਿਲ ਕੇ ਬਾਲਕਾਂ ਨਾਲ ਖੇਡਦੇ ਰਹੇ। ਜਿਸ ਦਿਨ ਗੁਰੂ ਜੀ ਪਹਾੜ ਉੱਤੇ ਬੈਠੇ ਸਨ ਉਸ ਦਿਨ ਉੱਥੇ ਬੜਾ ਭਾਰੀ ਮੇਲਾ ਸੀ। ਇਸ ਪੁਰਬ ਦੇ ਸਮੇਂ ਇੱਥੇ ਸਭ ਭੇਖਾਂ ਦੇ ਸਾਧੂ, ਬ੍ਰਹਮਚਾਰੀ, ਬੈਰਾਗੀ, ਜਤੀ, ਵੈਸ਼ਨੋ, ਦਿਗੰਬਰ, ਸਤਧਾਰੀ, ਤਪੀ ਤੇ ਸੰਨਿਆਸੀ ਆਏ ਹੋ ਸਨ। ਗੁਰੂ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖਿਆ ਕਿ ਮੇਲੇ ਵਿੱਚ ਲੋਭੀ ਤੇ ਪਖੰਡੀ ਲੋਕ ਅਨੇਕ ਪ੍ਰਕਾਰ ਦੀਆਂ ਬੁਰਾਈਆਂ ਕਰਨ ਵਾਲੇ ਆਏ ਹੋਏ ਹਨ। ਦਿਨ ਵੇਲੇ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਨ, ਪਰ ਰਾਤ ਨੂੰ ਮਹਾਂ ਕੁਕਰਮ ਕਰਦੇ ਹਨ। ਲੜਕੇ ਲੜਕੀਆਂ ਕ੍ਰਿਸ਼ਨ ਰਾਧਿਕਾ ਦੇ ਸੰਗ ਧਾਰ ਕੇ ਨਾਚ ਕਰਦੇ ਹਨ, ਜਿਸ ਤੋਂ ਵੇਖਣ ਵਾਲੇ ਇਸਤਰੀ ਪੁਰਸ਼ਾਂ ਨੂੰ ਕਾਮ ਉਪਜਦਾ ਹੈ ਅਤੇ ਉਹਨਾਂ ਬਾਲਕਾਂ ਤੇ ਇਸਤਰੀਆਂ ਨਾਲ ਭੋਗ ਕਰਦੇ ਹਨ। ਇਸ ਪ੍ਰਕਾਰ ਦੇ ਵਿਚਾਰ ਦੱਸ ਕੇ ਗੁਰੂ ਜੀ ਨੇ ਮਰਦਾਨੇ ਪਾਸੋਂ ਰਬਾਬ ਵਜਵਾਇਆ ਤੇ ਇੱਕ ਸ਼ਬਦ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ ਕਿ ਸੂਰਜ, ਚੰਦ, ਤਾਰੇ, ਪਾਣੀ, ਪੌਣ ਉਹੀ ਹਨ ਜੋ ਪਿਛਲਿਆਂ 3 ਯੁੱਗਾਂ ਵਿੱਚ ਸਨ, ਪਰ ਹੁਣ ਕਲਯੁੱਗ ਦੇ ਪ੍ਰਭਾਵ ਨਾਲ ਜੀਵਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਸੋ ਜਤ ਸਤ ਹੁਣ ਛੱਡ ਬੈਠੇ ਹਨ। ਕਲਯੁੱਗ ਕਿਸੇ ਮੂਰਤੀਮਾਨ ਸਰੂਪ ਵਿੱਚ ਆਣ ਕੇ ਨਹੀਂ ਬੈਠਾ ਹੋਇਆ। ਲੋਕਾਂ ਦਾ ਭ੍ਰਿਸ਼ਟਾਚਾਰੀ ਹੋਣਾ ਹੀ ਕਲਯੁੱਗ ਚਿੰਨ੍ਹ ਲੱਛਣ ਹਨ। 3 ਯੁੱਗਾਂ ਦੇ ਕਰਮ, ਧਰਮ ਅਤੇ ਪੁਰਾਣ ਕੁਰਾਨ ਦੇ ਉਪਦੇਸ਼ ਵੀ ਰਹਿ ਗਏ ਹਨ। ਇਸ਼ਨਾਨ ਪੂਜਾ ਵੀ ਰਹਿ ਗਈ ਹੈ। ਪਖੰਡ ਵੱਧ ਗਿਆ ਹੈ ਤੇ ਸੱਚ ਧਰਮ ਰਹਿ ਗਿਆ ਹੈ। ਨਾਮ ਨਾਲ ਹੀ ਵਡਿਆਈ ਮਿਲਦੀ ਹੈ। ਨਾਮ ਦੇ ਉੱਪਰ ਕੋਈ ਚੀਜ਼ ਨਹੀਂ ਹੈ। ਭਗਤੀ ਕਰਕੇ ਸੁੱਖ ਪ੍ਰਾਪਤ ਕਰੋ, ਜੇ ਪਖੰਡ ਕਰੋਗੇ ਤਾਂ ਦੁੱਖ ਪਾਓਗੇ। ਗੁਰੂ ਜੀ ਦੇ ਉਪਦੇਸ਼ਮਈ ਬਚਨ ਸੁਣ ਕੇ ਜਿਹੜੇ ਸ਼ੁੱਧ ਹਿਰਦੇ ਵਾਲੇ ਸਨ ਆਪ ਜੀ ਨੂੰ ਨਮਸਕਾਰਾਂ ਕਰਨ ਲੱਗੇ, ਪਰੰਤੂ ਜਿਹੜੇ ਦੰਭੀ ਸਨ ਉਹ ਇੱਕ ਪਾਸੇ ਹੋ ਕੇ ਬੈਠੇ ਰਹੇ। ਇੱਕ ਪੰਡਤ ਨੇ ਕਿਹਾ, ਤੁਸੀਂ ਕਿਸ ਦੀ ਉਪਾਸਨਾ ਕਰਦੇ ਹੋ, ਨਿਰਗੁਣ ਦੀ ਜਾਂ ਸਰਗੁਣ ਦੀ? ਗੁਰੂ ਜੀ ਨੇ ਕਿਹਾ, ਨਿਰਗੁਣ ਤੇ ਸਰਗੁਣ ਵੱਖ-ਵੱਖ ਨਹੀਂ ਹਨ। ਨਿਰਗੁਣ ਸਭ ਸਰੀਰਾਂ ਵਿੱਚ ਵਿਆਪਕ ਹੈ ਅਤੇ ਸਰੀਰ ਧਾਰ ਕੇ ਜਦ ਉਹ ਕੌਤਕ ਕਰਦਾ ਹੈ ਤਾਂ ਉਹੀ ਸਰਗੁਣ ਹੈ। ਉਪਰੰਤ ਗੁਰੂ ਜੀ ਨੇ ਸਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਕਿਹਾ ਕਿ ਛਲ ਕਪਟ ਛੱਡ ਕੇ ਭਾਉ ਭਗਤੀ ਕਰੋ। ਜੇ ਐਸਾ ਕਰੋਗੇ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ। ਗੁਰੂ ਜੀ ਨੇ ਇੱਥੇ 3 ਦਿਨ ਡੇਰਾ ਕਰਕੇ ਪਖੰਡ ਦਾ ਨਾਸ਼ ਕੀਤਾ ਤੇ ਅੱਗੇ ਨੂੰ ਚੱਲ ਪਏ। ਮਥੁਰਾ ਤੋਂ ਚੱਲ ਕੇ ਗੁਰੂ ਜੀ ਅਯੁੱਧਿਆ ਨਗਰੀ ਦੇ ਪਾਸ ਸਰਜੂ ਨਦੀ ਦੇ ਕਿਨਾਰੇ ਜਾ ਬੈਠੇ। ਗੁਰੂ ਜੀ ਦਾ ਨਾਮ ਸੁਣ ਕੇ ਬਹੁਤ ਸਾਰੇ ਲੋਕ ਦਰਸ਼ਨ ਕਰਨ ਵਾਸਤੇ ਆਪ ਜੀ ਪਾਸ ਆਣ ਇਕੱਠੇ ਹੋਏ। ਤਦ ਗੁਰੂ ਜੀ ਨੇ ਕੁਝ ਸਿਆਣੇ ਪੰਡਤਾਂ ਤੋਂ ਪੁੱਛਿਆ ਕਿ ਅਸਾਂ ਤਾਂ ਸੁਣਿਆ ਸੀ ਕਿ ਅਯੁੱਧਿਆ ਨਗਰੀ ਸ਼੍ਰੀ ਰਾਮ ਜੀ ਨੇ ਆਪਣੇ ਨਾਲ ਹੀ ਬੈਕੁੰਠਾਂ ਨੂੰ ਲੈ ਗਏ ਸਨ,
ਪਰ ਹੁਣ ਇਹ ਫੇਰ ਉੱਥੇ ਮੰਦਰ ਤੇ ਮਹਿਲ ਮਾੜੀਆਂ ਕਿੱਥੋਂ ਆ ਗਏ ਹਨ। ਪੰਡਤ ਨੇ ਕਿਹਾ, ਜੀ ਇਹ ਮੰਦਰ ਆਦਿ ਨਗਰੀ ਸਭ ਕੁਝ ਇੱਥੇ ਹੀ ਰਿਹਾ ਸੀ। ਰਾਮਚੰਦਰ ਜੀ ਤਾਂ ਕੇਵਲ ਨਗਰੀ ਦੇ ਜੀਵਾਂ ਨੂੰ ਹੀ ਨਾਲ ਲੈ ਕੇ ਗਏ ਸਨ। ਤਦ ਗੁਰੂ ਜੀ ਨੇ ਕਿਹਾ, ਉਹ ਜੀਵ ਤਾਂ ਰਾਮਚੰਦਰ ਜੀ ਦਾ ਦਰਸ਼ਨ ਕਰਕੇ ਬੈਕੁੰਠ ਨੂੰ ਗਏ ਸਨ, ਪਰ ਹੁਣ ਤੁਸੀਂ ਗੁਰੂ ਨੂੰ ਮਿਲ ਕੇ ਭਗਤੀ ਧਾਰਨ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ, ਤਦ ਤੁਸੀਂ ਬੈਕੁੰਠਾਂ ਨੂੰ ਜਾਓਗੇ। ਪੰਡਤਾਂ ਨੇ ਕਿਹਾ, ਗੁਰੂ ਤਾਂ ਕਈ ਪ੍ਰਕਾਰ ਦੇ ਹੁੰਦੇ ਹਨ, ਕਿਸ ਗੁਰੂ ਨੂੰ ਮਿਲੀਏ? ਗੁਰੂ ਜੀ ਨੇ ਦੱਸਿਆ, ਗੁਰੂ 3 ਪ੍ਰਕਾਰ ਦੇ ਹਨ, ਪੰਡਤ, ਅਵਧੂਤ, ਮਹਾਂਪੁਰਖ। ਪੰਡਤ ਗੁਰੂ ਉਹ ਹੈ ਜਿਹੜਾ ਦੂਜਿਆਂ ਨੂੰ ਆਖੇ ਕਿ ਨਦੀ ਨੂੰ ਇਸ ਤਰ੍ਹਾਂ ਤਰੋਗੇ ਤਾਂ ਪਾਰ ਲੰਘ ਜਾਓਗੇ, ਪਰ ਆਪ ਤਰਨਾ ਨਾ ਜਾਣਦਾ ਹੋਵੇ। ਇਸ ਤਰ੍ਹਾਂ ਹੀ ਪੰਡਤ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ, ਪਰ ਆਪ ਉਸ ਪਰ ਅਮਲ ਨਹੀਂ ਕਰਦੇ। ਦੂਸਰਾ ਅਵਧੂਤ ਗੁਰੂ ਉਹ ਹੈ ਜੋ ਵਿਦਿਆਹੀਨ ਹੋਵੇ, ਪਰ ਸੰਤਾਂ ਨਾਲ ਮਿਲ ਕੇ ਗਿਆਨ ਪ੍ਰਾਪਤ ਕਰਕੇ ਆਪ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਪਰ ਦੂਸਰੇ ਕਿਸੇ ਨੂੰ ਪਾਰ ਨਹੀਂ ਕਰ ਸਕਦਾ। ਜਿਸ ਤਰ੍ਹਾਂ ਲਾਠੀ ਪਾਣੀ ਵਿੱਚੋਂ ਆਪ ਤਰ ਜਾਂਦੀ ਹੈ, ਪਰ ਆਪਣੇ ਨਾਲ ਕਿਸੇ ਦੂਸਰੇ ਨੂੰ ਨਹੀਂ ਤਾਰ ਸਕਦੀ। ਤੀਸਰਾ ਮਹਾਂਪੁਰਖ ਗੁਰੂ ਉਹ ਹੈ ਜਿਸ ਦੇ ਮਨ ਵਿੱਚ ਪੂਰਨ ਗਿਆਨ ਹੋਵੇ, ਮੋਹ ਆਦਿ ਵਿਕਾਰ ਨਸ਼ਟ ਹੋ ਗਏ ਹੋਣ। ਉਹ ਆਪ ਵੀ ਤਰ ਜਾਂਦੇ ਹਨ ਤੇ ਆਪਣੇ ਸੰਗੀਆਂ ਨੂੰ ਵੀ ਤਾਰ ਦਿੰਦੇ ਹਨ। ਇਹ ਜਿਸ ਨੂੰ ਉਪਦੇਸ਼ ਦਿੰਦੇ ਹਨ ਉਸ ਨੂੰ ਹੀ ਗਿਆਨ ਕਰਾ ਦਿੰਦੇ ਹਨ। ਐਸੇ ਮਹਾਂਪੁਰਖਾਂ ਦੇ ਉਪਦੇਸ਼ ਜੋ ਪੁਰਸ਼ ਕਮਾਉਂਦੇ ਹਨ, ਉਹ ਸਦਾ ਸੁਖੀ ਰਹਿੰਦੇ ਹਨ ਤੇ ਅੰਤ ਨੂੰ ਜਮਪੁਰੀ ਨੂੰ ਨਹੀਂ ਜਾਂਦੇ। ਇਹ ਬਚਨ ਸੁਣ ਕੇ ਸਾਰਿਆਂ ਨੇ ਕਿਹਾ, ਮਹਾਰਾਜ ਸਾਨੂੰ ਆਪਣਾ ਸਿੱਖ ਕਰ ਲਵੋ। ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਨਾਮ ਦਾ ਉਪਦੇਸ਼ ਦੇ ਕੇ ਸਿੱਖ ਬਣਾਇਆ। ਅਯੋਧਿਆ ਤੋਂ ਚੱਲ ਕੇ ਗੁਰੂ ਜੀ ਕਾਂਸ਼ੀ ਪਾਸ ਗੰਗਾ ਦੇ ਕਿਨਾਰੇ ਜਾ ਠਹਿਰੇ। ਉੱਥੋਂ ਦੇ ਪੰਡਤਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਹੀ ਮਿਲ ਕੇ ਦਰਸ਼ਨ ਕਰਨ ਆਏ। ਨਮਸਕਾਰ ਕਰਕੇ ਉਹਨਾਂ ਨੇ ਪ੍ਰਸ਼ਨ ਕੀਤਾ। ਗੁਰੂ ਜੀ ਨੇ ਕਿਹਾ, ਪੰਡਤ ਜੀ, ਜੇਕਰ ਅੰਦਰ ਸਦਾ ਹੀ ਬੁਰਾਈਆਂ ਦਾ ਵਾਸਾ ਹੋਵੇ ਤਾਂ ਫਿਰ ਵੇਦ ਸ਼ਾਸਤਰਾਂ ਦੇ ਗਿਆਨ ਦਾ ਅਸਰ ਕਿਸ ਤਰ੍ਹਾਂ ਹੋਵੇ? ਤੁਹਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਵਧੀ ਹੋਈ ਹੈ ਅਤੇ ਸੱਤ ਸੰਤੋਖ ਬਾਹਰ ਖੜੇ ਹਨ। ਇਹ ਪੜ੍ਹਨਾ ਸੁਣਨਾ ਸਭ ਤੁਹਾਡਾ ਲੋਕ ਵਿਖਾਵਾ ਹੀ ਹੈ। ਇਸ ਨੂੰ ਸਪਸ਼ਟ ਕਰਨ ਵਾਸਤੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ ਕਿ ਤੁਸੀਂ ਆਪਣੇ ਮਨ ਦੇ ਆਪ ਮੁਨਸਿਫ ਹੋ ਕੇ ਸੁਣੋ ਕਿ ਤੁਹਾਡਾ ਮਨ ਵਿਸ਼ਿਆਂ ਵਿੱਚ ਲਪਟਿਆ ਹੋਇਆ ਹੈ, ਇਸ ਕਰਕੇ ਤੁਹਾਨੂੰ ਨਾਮ ਦਾ ਰਸ ਨਹੀਂ ਆਉਂਦਾ। ਪੜ੍ਹਨਾ ਵੀ 2 ਪ੍ਰਕਾਰ ਦਾ ਹੁੰਦਾ ਹੈ, ਇੱਕ ਗੱਤਕੇ ਬਾਜ ਵਾਂਗ ਤੇ ਇੱਕ ਸੂਰਮੇ ਸਮਾਨ। ਗੱਤਕੇ ਬਾਜ ਲੋਕਾਂ ਨੂੰ ਵਿਖਾਉਣ ਵਾਸਤੇ ਸ਼ਾਸਤਰ ਚਲਾਉਂਦਾ, ਪਰ ਆਪ ਨੂੰ ਛੂਹਣ ਨਹੀਂ ਦਿੰਦਾ। ਇਸ ਤਰ੍ਹਾਂ ਹੀ ਉਪਜੀਵਕਾ ਵਾਸਤੇ ਜੋ ਲੋਕਾਂ ਨੂੰ ਪੜ੍ਹ ਕੇ ਸੁਣਾਉਂਦੇ ਹਨ ਪਰ ਆਪ ਨਹੀਂ ਕਮਾਉਂਦੇ, ਇਹ ਗੱਤਕੇ ਬਾਜ ਹਨ। ਦੂਸਰੇ ਸੂਰਮੇ ਜੋ ਸੰਤ ਰੂਪ ਹਨ, ਉਹ ਪੜ੍ਹ ਸੁਣ ਕੇ ਆਪ ਉਸ ਉੱਤੇ ਅਮਲ ਕਰਦੇ ਹਨ ਅਤੇ ਕਾਮ ਕ੍ਰੋਧ ਆਦਿ ਵੈਰੀਆਂ ਨੂੰ ਸਤਿਗੁਰ ਦੇ ਸ਼ਬਦ ਰੂਪੀ ਸ਼ਸਤਰਾਂ ਨਾਲ ਰਾਤ ਦਿਨ ਇਹਨਾਂ ਵੈਰੀਆਂ ਨਾਲ ਲੜ ਕੇ ਇਹਨਾਂ ਨੂੰ ਮਾਰਦੇ ਹਨ। ਇਹ ਸੂਰਮੇ ਸਮਾਨ ਪੜ੍ਹਨਾ ਹੈ। ਸੋ ਤੁਸੀਂ ਜੇ ਸੂਰਮੇ ਬਣ ਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹੋਗੇ ਤਾਂ ਤੁਹਾਡਾ ਹੰਕਾਰ ਰੂਪੀ ਸ਼ੇਰ ਮਰ ਜਾਏਗਾ ਤੇ ਮਨ ਨੂੰ ਸ਼ਾਂਤੀ ਆ ਜਾਏਗੀ। ਗ੍ਰੰਥ ਲਿਖਣ ਵਾਲੇ ਵਿਦਵਾਨ, ਸ਼ਸਤਰ ਬਣਾਉਣ ਵਾਲੇ ਲੋਹਾਰ ਦੀ ਨਿਆਈ ਹਨ। ਗ੍ਰੰਥਾਂ ਦਾ ਟੀਕਾ ਕਰਨ ਤੇ ਪੜ੍ਹਨ ਵਾਲੇ ਸਿਕਲੀਗਰ ਹਨ, ਜੋ ਉਹਨਾਂ ਸ਼ਸਤਰਾਂ ਨੂੰ ਚਮਕਾਉਂਦੇ ਤੇ ਤੇਜ਼ ਕਰਦੇ ਹਨ। ਇਹਨਾਂ ਗ੍ਰੰਥਾਂ ਨੂੰ ਪੜ੍ਹ ਸੁਣ ਕੇ ਹਿਰਦੇ ਵਿੱਚ ਧਾਰ ਕੇ ਉਸ ਨੂੰ ਕਮਾਉਣ ਵਾਲੇ ਅਸਲੀ ਸੂਰਮੇ ਹਨ। ਸੋ ਤੁਸੀਂ ਸੂਰਮੇ ਬਣੋ। ਇਹ ਨਿਰਣਾ ਸੁਣ ਕੇ ਫਿਰ ਕੁਝ ਸਿਆਣੇ ਪੰਡਤਾਂ ਨੇ ਕਿਹਾ, ਇਸ ਸ਼ਿਵਪੁਰੀ ਵਿੱਚ ਜੋ ਪ੍ਰਾਣੀ ਮਰਦਾ ਹੈ ਉਸ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਤੇ ਉਹ ਮੁਕਤੀ ਪ੍ਰਾਪਤ ਕਰਦਾ ਹੈ। ਇਹ ਅਸਥਾਨ ਸ਼ਿਵਪੁਰੀ ਕਾਂਸ਼ੀ ਦਾ ਬਹੁਤ ਉੱਤਮ ਹੈ। ਗੁਰੂ ਜੀ ਨੇ ਕਿਹਾ, ਇਹ ਸਭ ਨਾਮ ਦੀ ਮਹਿਮਾ ਹੈ। ਜਗ੍ਹਾ ਭਾਵੇਂ ਕੋਈ ਹੋਵੇ, ਜਿਸ ਦੇ ਹਿਰਦੇ ਵਿੱਚ ਨਾਮ ਹੋਵੇਗਾ ਉਸ ਦੀ ਹੀ ਮੁਕਤੀ ਹੋਵੇਗੀ। ਜਿਸ ਤਰ੍ਹਾਂ ਕਬੀਰ ਜੀ ਜਦ ਉਹਨਾਂ ਦਾ ਅੰਤ ਸਮਾਂ ਨੇੜੇ ਆਇਆ ਤਾਂ ਕਾਂਸ਼ੀ ਛੱਡ ਕੇ ਮਗਹਰ ਜਾ ਵਸੇ ਸਨ ਅਤੇ ਉੱਥੇ ਹੀ ਨਾਮ ਜਪ ਤੇ ਮੁਕਤੀ ਪਾਈ। ਇਸ ਕਰਕੇ ਮੁਕਤੀ ਦੇਣ ਵਾਲਾ ਕੇਵਲ ਇੱਕ ਸਤਨਾਮ ਹੀ ਹੈ, ਹੋਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੁੰਦੀ। ਫਿਰ ਪੰਡਤਾਂ ਨੇ ਪੁੱਛਿਆ, ਮਹਾਰਾਜ, ਹਰ ਨਾਮ ਤਾਂ ਅਨੇਕ ਹਨ, ਮੁਕਤੀ ਦੇਣ ਵਾਲਾ ਕਿਹੜਾ ਹਰਨਾਮ ਹੈ? ਗੁਰੂ ਜੀ ਨੇ ਕਿਹਾ, ਜਿਵੇਂ ਸਾਰੀਆਂ ਬੇੜੀਆਂ ਹੀ ਨਦੀ ਤੋਂ ਪਾਰ ਕਰਨ ਵਾਲੀਆਂ ਹੁੰਦੀਆਂ ਹਨ, ਜਿਸ ਉੱਤੇ ਕੋਈ ਚੜ੍ਹ ਜਾਵੇ ਉਸ ਨੂੰ ਉਹ ਬੇੜੀ ਪਾਰ ਉਤਾਰ ਦਿੰਦੀ ਹੈ, ਤਿਵੇਂ ਹੀ ਗੁਰੂ ਜਿਹੜਾ ਨਾਮ ਦੱਸੇ ਉਹੀ ਪਾਰ ਉਤਾਰਨ ਵਾਲਾ ਹੁੰਦਾ ਹੈ। ਉਸ ਦਾ ਸਿਮਰਨ ਅਭਿਆਸ ਕਰਨਾ ਚਾਹੀਦਾ ਹੈ। ਆਪ ਜੀ ਦੇ ਇਹ ਸੁਖਦਾਇਕ ਮਨੋਹਰ ਬਚਨ ਸੁਣ ਕੇ ਪੰਡਤਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ, ਸਾਨੂੰ ਦੀਨ ਜਾਣ ਕੇ ਸਾਡੀ ਵੀ ਗਤੀ ਕਰੋ। ਗੁਰੂ ਜੀ ਨੇ ਕਿਹਾ, ਸਤਨਾਮ ਦਾ ਜਾਪ ਕਰੋ,
ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਉਪਦੇਸ਼ ਲੈ ਕੇ ਪੰਡਿਤ ਗੁਰੂ ਜੀ ਦੇ ਨਾਮ ਧਰੀਕ ਸਿੱਖ ਬਣ ਗਏ ਅਤੇ ਸਤਨਾਮ ਦਾ ਜਾਪ ਜਪਣ ਲੱਗੇ। ਕੁਝ ਦਿਨ ਡੇਰਾ ਕਰਕੇ ਗੁਰੂ ਜੀ ਉਪਕਾਰ ਵਾਸਤੇ ਅੱਗੇ ਚੱਲ ਪਏ ਸਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।